ਵਾਹਿਗੁਰੂ 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 मेरे धन गुरु रामदास सच्चे पातशाह भाई यादव नूं की कहंदे कहण लगे भाई आदम तू संगत नूं खुश कीता है कह दो वाहिगुरू वाहिगुरू हुण ए जितने तुसी बैठे हो ना संगत दी खुशी लैण दा यतन करया करो संगत दी खुशी लैण दा मान लो कोई प्रोग्राम करा रहे संगतां तुहाडे घर विच आईयां ने उस वेले अपने मन विच ए प्यार भरी सोच रखिया करो केड़ा ढंग अपनावा कि जिहदे नाल संगत मैनू असीस दे के जावे कह दो वाहिगुरू वाहिगुरू क्योंकि संगत दीयां असीसां नाल पुन बनदे ने पुन बन ते फिर संगत दीयां असीसां दा सदका मेरा गुरु रामदास बख्शिशां दीयां दोवें मुट्ठां खोल देंदा है कह दो वाहिगुरू वाहिगुरू फिर गज के बोलो वाहिगुरू अजे भी कई ढिला बोलदे गज के बोलो वाहिगुरू हैं जी मेरे धन गुरु रामदास सच्चे पातशाह जी दी रसना तो निकलिया बचन है कहंदे भाई आदम तू संगत नूं खुश कीता संगत नूं जरूर इत्थे मैं एक मिनट आप जियां नूं बेनती करांगा संगत दी खुशी लिया करो भाई संगत दी खुशी मान लो हुण तुसीं आउंदे हो ना हर संगरांद नूं ते गुरु ने किरपा कीती है तुहानूं ट्रैक्टर ट्राली ये चीज बख्शी है हुण कल्ले आउण नालों अपने इलाके चों 4 5 10 जाणियां नूं नाल बिठा के ले आओ कह दो वाहिगुरू वाहिगुरू ਉਹਦੇ ਨਾਲ ਕੀ ਹੋਏਗਾ ਜਦੋਂ ਸੰਗਤਾਂ ਆ ਕੇ ਕੀਰਤਨ ਦਾ ਲਾਹਾ ਲੈਣਗੀਆਂ ਜਦੋਂ ਸੰਗਤਾਂ ਦਾ ਆ ਕੇ ਮਨ ਜੁੜੇਗਾ ਸੰਗਤਾਂ ਕੀਰਤਨ ਦਾ ਲਾਹਾ ਲੈਣਗੀਆਂ ਗੁਰੂ ਦੀਆਂ ਬਖਸ਼ਿਸ਼ਾਂ ਉਹਨਾਂ ਤੇ ਵਰਤਣਗੀਆਂ ਉਹ ਅਸੀਸਾਂ ਤੁਹਾਨੂੰ ਵੀ ਦੇਣਗੀਆਂ ਕਿ ਤੇਰੇ ਸਦਕਾ ਮੈਂ ਅੱਜ ਕੀਰਤਨ ਸੁਣ ਨਾ ਸਕੀਆਂ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਉਹਦੇ ਨਾਲ ਫਿਰ ਗੁਰੂ ਦੀਆਂ ਰਹਿਮਤਾਂ ਦੇ ਬੂਹੇ ਤੁਹਾਡੇ ਤੇ ਵੀ ਖੁੱਲਣਗੇ ਤੁਹਾਡੇ ਤੇ ਵੀ ਕੱਚੇ ਗੁਰੂਆਂ ਨਾਲ ਜੋੜਨ ਵਾਲੇ ਵੇਖੋ ਕਿੰਨੇ ਉਪਰਾਲੇ ਕਰਦੇ ਨੇ ਪਰ ਤੁਸੀਂ ਤੇ ਜੋੜਨਾ ਸੱਚੇ ਨਾਲ ਲੈ ਸੱਚੇ ਨਾਲ ਉਸ ਗੁਰੂ ਨਾਲ ਜਿਹੜਾ ਸਭ ਕੁਝ ਕਰ ਸਕਦਾ ਜਿਹਦੇ ਹੱਥ ਵਿੱਚ ਸਭ ਕੁਝ ਹੈ ਸਭ ਕੁਝ ਜਿਹਦੀ ਸਮਰੱਥਾ ਬਾਰੇ मैं कुछ बोल के नहीं दस सकता जिवें मैं पहले आखिया ना पूरी सृष्टि की पूरे जिन्ने जी जंत ने सृष्टि दे कई कई करोड़ा जन्म धार के एक एक रोम ते कई कई करोड़ा उन्हां दे जीबां लग जाण इन्नियां इन्नियां जीबां नाल भी गुरु रामदास जी दी वडियाई करन तां भी वडियाई नहीं जे हो सकती तां भी नहीं कह दो वाहिगुरू तुसीं ते जोड़ना सच्चे नाल है सच्चे नाल और जोड़न दे उपराले करया करो इत्थे आए चौहां पंजां नूं नाल लेके आए हुण जिवें वाहिगुरू वाहिगुरू दा
ਇਹ ਉਪਰਾਲਾ ਗੁਰੂ ਜੀ ਨੇ ਕਰਵਾਇਆ। ਬੱਚੇ ਲਿਖਦੇ ਨੇ 15 ਸਾਲ ਤੋਂ ਛੋਟੀ ਉਮਰ ਦੇ ਹਰ ਮਹੀਨੇ 3100 ਵਾਰੀ ਵਾਹਿਗੁਰੂ, 15 ਤੋਂ 25 ਸਾਲ ਦੇ ਬੱਚੇ ਜੋ 5100 ਵਾਰੀ ਵਾਹਿਗੁਰੂ, ਹਰ ਇੱਕ ਨੂੰ ਜੋ ਹਰ ਮਹੀਨੇ ਹੀ ਗੁਰੂ ਜੀ ਦੀ ਕਿਰਪਾ ਨਾਲ ਪਿਆਰ ਦਿੱਤਾ ਜਾਂਦਾ, ਸਨਮਾਨ ਦਿੱਤਾ ਜਾਂਦਾ ਕਿ ਚਲੋ ਬੱਚਿਆਂ ਦੇ ਅੰਦਰ ਇਹ ਵਾਹਿਗੁਰੂ ਵਾਹਿਗੁਰੂ ਲਿਖਣ ਦਾ ਇਹ ਉਤਸ਼ਾਹ ਹੋਰ ਵਧੇ। ਮੰਨ ਲਓ ਤੁਸੀਂ ਆਪਣੇ ਇਲਾਕੇ ਵਿੱਚ ਉਦੋਂ ਉਪਰਾਲਾ ਕੀਤਾ, 10 ਬੱਚਿਆਂ ਨੂੰ 20 ਬੱਚਿਆਂ ਨੂੰ ਪ੍ਰੇਰਨਾ ਕਰਕੇ ਵਾਹਿਗੁਰੂ ਵਾਹਿਗੁਰੂ ਲਿਖਣ ਵੱਲ ਲਾਤਾ, ਮੇਰਾ ਸਤਿਗੁਰੂ ਤੁਹਾਡੇ ਤੇ ਵੀ ਆਪਣੀਆਂ ਬਖਸ਼ਿਸ਼ਾਂ ਦੇ ਬੂਹੇ ਖੋਲੇਗਾ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ। ਰਹਿਮਤਾਂ ਦੇ ਬੂਹੇ ਖੋਲੇਗਾ। ਜੋੜਨ ਦੇ ਢੰਗ ਅਪਣਾਓ, ਸੰਗਤਾਂ ਦੀਆਂ ਅਸੀਸਾਂ ਲੈਣ ਦੇ ਢੰਗ ਅਪਣਾਓ, ਤਾਂ ਜੋ ਫਿਰ ਗੁਰੂ ਦੀ ਖੁਸ਼ੀ ਸਾਡੇ ਘਰ ਵੀ ਆਵੇ, ਗੁਰੂ ਦੀ ਬਖਸ਼ਿਸ਼ ਸਾਡੇ ਘਰ ਵੀ ਆਵੇ। ਕਿਉਂ? ਕਿਉਂਕਿ ਜਿੰਨੇ ਸੰਗਤ ਦੀ ਖੁਸ਼ੀ ਲੈ ਲਈ ਗੁਰੂ ਦੀ ਆਪੇ ਮਿਲ ਗਈ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ। ਫਿਰ ਗੱਜ ਕੇ ਬੋਲੋ ਵਾਹਿਗੁਰੂ। ਕਿੰਨੀਆਂ ਇਤਿਹਾਸ ਦੀਆਂ ਮਿਸਾਲਾਂ ਮੇਰੇ ਸਾਹਮਣੇ ਨੇ। ਜੇ ਭਾਈ ਸੰਤੋਖਾ ਤੇ ਬੀਬੀ ਭਿੱਖਾਂ ਵੀ ਆਏ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਘਰ ਵਿੱਚ ਗਰੀਬੀ ਵੀ ਬੜੀ ਸੀ, ਕਾਫੀ ਸਮਾਂ ਬੀਤ ਗਿਆ ਸੀ, ਵਿਆਹ ਨੂੰ ਔਲਾਦ ਵੀ ਕੋਈ ਨਹੀਂ ਸੀ ਹੋਈ, ਤੇ ਜਿਹੜੀ ਬੀਬੀ ਭਿੱਖਾਂ ਸੀ ਨਾ, ਅੱਖਾਂ ਦੀ ਜੋਤ ਵੀ ਉਹਦੇ ਕੋਈ ਨਹੀਂ ਸੀ। ਬੜੀਆਂ ਥਾਵਾਂ ਤੇ ਜਦੋਂ ਭਟਕੇ ਨਹੀਂ ਝੋਲੀ ਭਰੀ, ਤੇ ਜਦੋਂ ਆਏ ਸੀ ਨਾ ਬਾਜਾਂ ਵਾਲੇ ਬਾਪੂ ਦੇ ਦਰ ਦੇ ਉੱਤੇ, ਮੈਂ ਕੋਈ ਸਾਖੀ ਨਹੀਂ, ਕੇਵਲ ਇੱਕ ਟੂਕ ਮਾਤਰ ਇਸ਼ਾਰਾ, ਪੰਛੀ ਝਾਤ ਧਿਆਨ ਦੇਣਾ। ਜਦੋਂ ਆਏ ਸੀ ਤੇ ਇਹਨਾਂ ਨੇ ਲੰਗਰ ਵਿੱਚ ਸੰਗਤ ਦੀ ਸੇਵਾ ਸ਼ੁਰੂ ਕਰਤੀ ਸੀ। ਬੀਬੀ ਭਿੱਖਾਂ ਨੂੰ ਤੇ ਜਿੱਥੇ ਬਿਠਾ ਦੇਣਾ ਭਾਈ ਸੰਤੋਖੇ ਨੇ ਦੇ ਘਰ ਵਾਲੇ ਨੇ, ਉਹਨੇ ਉੱਥੇ ਸੇਵਾ, ਕਿਤੇ ਪੋਚਾ ਦੇਣਾ, ਕਿਤੇ ਬਰਤਨ ਮੰਜਣ ਦੀ, ਜਿੱਥੇ ਉਹਨੇ ਬਿਠਾ, ਕਿਉਂਕਿ ਅੱਖੋਂ ਨਜ਼ਰ ਤੇ ਆਉਂਦਾ ਨਹੀਂ ਸੀ। ਜਿੱਥੇ ਵੀ ਭਾਈ ਸੰਤੋਖੇ ਨੇ ਬਿਠਾਉਣਾ, ਬੀਬੀ ਭਿੱਖਾਂ ਨੇ ਉੱਥੇ ਸੇਵਾ ਕਰਨੀ। ਪਰ ਜਿਹੜਾ ਭਾਈ ਸੰਤੋਖਾ, ਉਹਨੇ ਭੱਜ ਭੱਜ ਕੇ ਸੇਵਾ ਕਰਨੀ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ। ਭੱਜ ਭੱਜ ਕੇ ਸੰਗਤ ਦੀ ਖੁਸ਼ੀ ਲੈਣ ਵਾਸਤੇ ਭੱਜ ਭੱਜ ਕੇ ਸੇਵਾ। ਮੰਨ ਲਓ ਜਿਹਦੇ ਕੋਲ ਦਾਲ ਆਈ, ਲੰਗਰ ਵਰਤਾ ਰਿਹਾ, ਉਹਦੇ ਕੋਲ ਪ੍ਰਸ਼ਾਦਾ ਨਹੀਂ ਆਇਆ। ਇੱਕ ਬੰਦੇ ਕੋਲ ਮੰਨ ਲਓ ਪੰਗਤ ਦੇ ਵਿੱਚ ਦਾਲ ਵਰਤਾਉਂਦਾ ਪਿਆ, ਉੱਥੇ ਦਾਲ ਹੀ ਵਰਤੀ ਹੈ, ਜਾਂ ਤੇ ਪ੍ਰਸ਼ਾਦੇ ਵਾਲੇ ਨੂੰ ਆਵਾਜ਼ ਮਾਰ ਕੇ ਲਿਆਉਂਦਾ ਵੀ ਲਿਆ, ਇੱਧਰ ਵੀ ਸੰਗਤ ਦੀ, ਨਹੀਂ ਤੇ ਫਿਰ ਆਪ ਜਾ ਕੇ ਭੱਜ ਭੱਜ ਕੇ ਸੰਗਤ ਦੀ ਸੇਵਾ। ਜਿੱਧਰ ਵੀ ਸੇਵਾ ਦੀ ਕੋਈ ਇਦਾਂ ਤੋਟ ਨਜ਼ਰ ਆਉਂਦੀ, ਆਪ ਕੋਸ਼ਿਸ਼ ਕਰਦਾ ਮੈਂ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਤੇ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਹਨਾਂ ਤੇ ਬਖਸ਼ਿਸ਼ਾਂ ਦੇ ਬੂਹੇ ਖੋਲਤੇ ਸੀ। ਮਹਾਰਾਜ ਨੇ ਬਚਨ ਕੀਤਾ ਸੀ, ਪ੍ਰਸੰਨ, ਤੁਸੀਂ ਸੰਗਤ ਨੂੰ ਖੁਸ਼ ਕੀਤਾ, ਪ੍ਰਸੰਨ ਤੁਹਾਡੇ ਉੱਤੇ ਕੁਝ ਮੰਗੋ। ਤੇ ਇਹਨੇ ਆਖਿਆ ਸੀ, ਮਹਾਰਾਜ ਜੇ ਮੇਰੀ ਜਗ੍ਹਾ ਤੇ ਮੇਰੀ ਘਰ ਦੀ ਮੰਗੇ। ਸਤਿਗੁਰੂ ਕਹਿੰਦੇ, ਹਾਂ ਬਈ ਜਿਵੇਂ ਤੇਰੀ ਮਰਜ਼ੀ, ਪਰ ਇੱਕ ਸ਼ਰਤ ਏ, ਤੂੰ ਮੰਗੇ ਭਾਵੇਂ ਜਿੰਨੀ ਵਾਰੀ ਮਰਜ਼ੀ ਮੰਗ, ਪਰ ਜੇ ਤੂੰ ਕਹਿਣਾ ਨਾ ਤੇਰੀ ਜਗ੍ਹਾ ਤੇਰੀ ਘਰ ਦੀ ਮੰਗੇ, ਇੱਕ ਵਾਰੀ ਚ ਜੋ ਮੰਗ ਸਕਦੀ ਮੰਗ ਲਵੇ, ਦੁਬਾਰਾ ਨਹੀਂ ਉਹ ਮੰਗਣ ਦੇਣਾ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ। ਤੇ ਆਪਣੀ ਘਰ ਵਾਲੀ ਦੇ ਕੰਨ ਦੇ ਕੋਲ ਆਪਣਾ ਮੁਖ ਲੈ ਜਾ ਕੇ ਕਹਿੰਦਾ, ਭਾਗਾਂ ਵਾਲੀਏ ਸੁਣ ਲਈ ਸ਼ਰਤ। ਮਹਾਰਾਜ ਨੇ ਮੇਰੇ ਲਈ ਕੋਈ ਪਾਬੰਦੀ ਨਹੀਂ ਲਾਈ, ਤੇਰੇ ਲਈ ਸ਼ਰਤ ਰੱਖਤੀ, ਇੱਕੋ ਵਾਰੀ ਚ ਜੋ ਮੰਗਣਾ ਮੰਗ, ਦੁਬਾਰਾ ਨਹੀਂ। ਤੇ ਉਸ ਵੇਲੇ ਕਹਿੰਦੀ ਮੈਂ ਹੀ ਮੰਗਣਾ। ਮਹਾਰਾਜ ਜੀ ਕਹਿੰਦੀ ਮੈਂ ਮੰਗਣਾ। ਸਤਿਗੁਰੂ ਕਹਿੰਦੇ, ਚੰਗਾ ਬਈ ਸੰਗਤ ਦੀ ਤੁਸੀਂ ਸੇਵਾ ਕੀਤੀ, ਸੰਗਤ ਨੂੰ ਪ੍ਰਸੰਨ ਕੀਤਾ, ਮੰਗੋ। ਫਿਰ ਇਹਨੇ ਹੱਥ ਜੋੜ ਕੇ ਸੰਗਤ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਇੱਕ ਅਰਜ਼ ਕੀਤੀ। ਕੀ ਕਹਿੰਦੀ? ਕਹਿਣ ਲੱਗੀ, ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ। ਕਹਿ ਦਿਓ ਵਾਹਿਗੁਰੂ, ਇਤਿਹਾਸਕ ਬਚਨ ਨੇ। ਕੀ ਕਹਿੰਦੀ? ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਇਹ ਬਾਤ ਨੂੰ ਮੈਂ ਪੂਰਾ ਕਰਾਂ, ਉਸ ਤੋਂ ਪਹਿਲਾਂ ਮੇਰੇ ਬੜੇ ਸਤਿਕਾਰਯੋਗ ਜਿਨ੍ਹਾਂ ਨੇ ਦਾਸ ਗਰੀਬ ਨੂੰ ਇੱਧਰ ਤੋਰਿਆ, ਮੈਂ ਰਾਤੀ ਵੀ ਪਟਿਆਲੇ ਲਾਈਵ ਪ੍ਰੋਗਰਾਮ 'ਚ ਵੀ ਬੋਲਿਆ, ਸਾਡੇ ਜੀਵਨ ਦਾਤੇ। ਕਹਿ ਦਿਓ ਵਾਹਿਗੁਰੂ, ਜਿਨ੍ਹਾਂ ਨੇ ਇਹ ਅਧਿਆਤਮਕਤਾ ਦਾ ਜੀਵਨ ਗਰੀਬ ਦੀ ਝੋਲੀ 'ਚ ਪਾਇਆ। ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਹਾਂਪੁਰਖ ਜੋ ਸੰਗਤ ਵਿੱਚ ਆਏ ਨੇ, ਸਾਰੀ ਸੰਗਤ ਨੂੰ ਬੇਨਤੀ, ਇੱਕ ਜਕਾਰੇ ਦੀ ਗੂੰਜ ਦੇ ਵਿੱਚ ਮਹਾਂਪੁਰਖਾਂ ਨੂੰ ਜੀ ਆਇਆਂ ਕਹੀਏ ਸਾਰੇ ਜੀ। ਬੋਲੇ ਰੋਮ ਰੋਮ ਰਾਈ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਕੇਵਲ 2-4 ਮਿੰਟਾਂ ਵਿੱਚ ਮੈਂ ਫਤਿਹ ਬੁਲਾਉਣ ਲੱਗਾ। ਇੱਕ ਵਾਰੀ ਬੋਲ ਦਿਓ ਵਾਹਿਗੁਰੂ। ਅੱਜ ਬਹੁਤ ਵੱਡਾ ਦਿਨ ਹੈ। ਉਦਾਂ ਤੇ ਮਹਾਂਪੁਰਸ਼ਾਂ ਨੇ ਇੱਥੇ ਬੇਅੰਤ ਵਾਰੀ ਚਰਨ ਪਾਏ, ਪਰ ਕੀਰਤਨ ਦੇ ਦੀਵਾਨ ਵਾਸਤੇ 9 ਅਪ੍ਰੈਲ ਨੂੰ ਆਏ ਸੀ, ਤੇ 9 ਅਪ੍ਰੈਲ ਤੋਂ ਬਾਅਦ ਅੱਜ ਕਿਰਪਾ ਹੋਈ ਹੈ। ਕਹਿ ਦਿਓ ਵਾਹਿਗੁਰੂ। 9 ਅਪ੍ਰੈਲ ਤੋਂ ਬਾਅਦ ਤਕਰੀਬਨ 6 ਮਹੀਨੇ ਬਾਅਦ ਮੈਂ ਉਦੋਂ ਬੇਨਤੀ ਕੀਤੀ ਸੀ, ਮੈਂ ਕਿਹਾ 6 ਮਹੀਨਿਆਂ ਬਾਅਦ ਇੱਕ ਵਾਰੀ ਕਿਰਪਾ ਕਰ ਦਿਆ ਕਰੋ ਇੱਥੇ, ਤਾਂ ਜੋ ਸੰਗਤ ਹੋਰ
ਇਹਨਾਂ ਦੇ ਉੱਤੇ ਪਿਆਰ ਦਾ ਰੰਗ ਚੜੇ। ਕਹਦੇ ਵਾਹਿਗੁਰੂ। ਵਾਹਿਗੁਰੂ ਫਿਰ ਗੱਜ ਕੇ ਬੋਲੋ ਵਾਹਿਗੁਰੂ। ਹੁਣ ਧਿਆਨ ਦੇਣਾ ਜੋ ਮੈਂ ਬੇਨਤੀ ਕਰਨੇ ਆ। ਇਹਨੇ ਬੀਬੀ ਭਿੱਖਾਂ ਨੇ ਕੀ ਮੰਗਿਆ? ਕਹਿਣ ਲੱਗੀ ਕਰਦੀ ਖੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਹੈ ਜੀ, ਸੋਨੇ ਦੀ ਮਧਾਣੀ ਹੁਣ ਆਮ ਘਰ 'ਚ ਥੋੜੀ ਹੋਏਗੀ। ਹੈ ਜੀ, ਮਾਇਆ ਵਾਲਾ ਘਰ ਹੋਏਗਾ ਤਾਂ ਹੀ ਉਹ ਸੋਨੇ ਦੀ ਮਧਾਣੀ ਆਏਗੀ ਨਾ। ਗਰੀਬੀ ਦੇ ਬੰਧਨਾਂ ਨੂੰ ਦੂਰ ਕਰਾਉਣ ਦੀ ਵੀ ਬੇਨਤੀ ਕਰ ਲਈ। ਕਹਿੰਦੀ ਕਰਦੀ ਖੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ। ਹੁਣ ਪੁੱਤ ਤੋਂ ਬਿਨਾ ਨੂੰ ਕਿੱਥੋਂ ਆ ਜਾਊ? ਕਹਿ ਦੋ ਵਾਹਿਗੁਰੂ। ਪੁੱਤ ਵੀ ਮੰਗ ਲਿਆ, ਆਉਣ ਵਾਲੇ ਸਮੇਂ 'ਚ ਨੂੰ ਵੀ ਮੰਗ ਲਈ। ਕਹਿੰਦੀ ਕਰਦੀ ਖੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ। ਹੁਣ ਦੁੱਧ ਰਿੜਕ ਕੇ ਦਹੀਂ ਜਾਂ ਆਹ ਚੀਜ਼ਾਂ ਹੋਰ ਬਾਕੀ ਚੀਜ਼ਾਂ ਉਹਨਾਂ ਘਰਾਂ 'ਚ ਹੁੰਦੀਆਂ ਜਿੱਥੇ ਬਰਕਤ ਪੈਂਦੀ ਹੈ ਗੁਰੂ ਵੱਲੋਂ। ਘਰ ਦੀ ਬਰਕਤ ਵੀ ਮੰਗੀ। ਕਹਿੰਦੀ ਕਰਦੀ ਖੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਅੱਖਾਂ ਦੀ ਜੋਤ ਵੀ ਮੰਗ ਲਈ। ਤੇ ਜਦੋਂ ਇੰਨੀ ਗੱਲ ਕਹੀ ਨਾ ਤੇ ਉਸ ਵੇਲੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੜੇ ਮੁਸਕਰਾਏ। ਜਿੰਨੀਆਂ ਰੰਗ ਰਤੜੀਆਂ ਰੂਹਾਂ ਕੋਲ ਖਲੋਤੀਆਂ ਉਹ ਵੀ ਬੜੀ ਜ਼ੋਰ ਦੀ ਹੱਸੀਆਂ, ਮੁਸਕਰਾਈਆਂ। ਤੇ ਹੱਸਦਿਆਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿੰਦੇ? ਕਹਿਣ ਲੱਗੇ ਬੀਬੀ ਭਿੱਖਾਂ ਇੱਕ ਵਾਰੀ ਮੁੜ ਕਹੋ ਕੀ ਆਖਿਆ? ਇੱਕ ਵਾਰੀ ਮੁੜ ਕਹੋ ਕੀ ਆਖਿਆ? ਤੇ ਜਦੋਂ ਮਹਾਰਾਜ ਨੇ ਕਿਹਾ ਨਾ ਮੁੜ ਕਹੋ ਕੀ ਆਖਿਆ ਤੇ ਇਹ ਕੀ ਕਹਿੰਦੀ? ਕਹਿੰਦੀ ਕਰਦੀ ਖੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਚੁਬਾਰੇ 'ਚ ਪੰਘੂੜਾ ਹੋਵੇ ਪੋਤਾ ਖੇਡਦੀ ਵੇਖਾਂ। ਹਾਂਜੀ, ਤੇ ਉਸ ਵੇਲੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਬੀਬੀ ਭਿੱਖਾਂ ਇਹ ਦੁਬਾਰਾ ਇੱਕ ਪੰਕਤੀ ਵੱਧ ਕਿਉਂ ਜੋੜ ਲਈ ਹੈ? ਕਹਿੰਦੀ ਮਹਾਰਾਜ ਜੇ ਤੁਸੀਂ ਮੌਜ ਵਿੱਚ ਆ ਕੇ ਕਿਹਾ ਦੁਬਾਰਾ ਮੰਗ ਤੇ ਮੈਂ ਕਿਹਾ ਇਹ ਵੀ ਵਾਰੀ ਖਾਲੀ ਕਿਉਂ ਜਾਣਦੇ ਆ? ਤੇ ਫਿਰ ਮੇਰੇ ਸਤਿਗੁਰਾਂ ਨੇ ਬਚਨ ਕੀਤਾ ਸਮੇਂ ਤੇ ਆਹ ਚੀਜ਼ਾਂ ਤੁਹਾਡੇ ਘਰ ਵਿੱਚ ਹੋਣਗੀਆਂ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਜਿਨੇ ਵੀ ਸੰਗਤ ਨੂੰ ਪ੍ਰਸੰਨ ਕੀਤਾ, ਸੰਗਤ ਦੀ ਖੁਸ਼ੀ ਲਈ ਮੇਰਾ ਗੁਰੂ ਆਪੇ ਉਹਦੇ ਉੱਤੇ ਪ੍ਰਸੰਨ ਹੋ ਗਿਆ। ਤਾਂ ਭਾਈ ਆਦਮ ਨੂੰ ਕੀ ਕਹਿੰਦੇ ਗੁਰੂ ਰਾਮਦਾਸ? ਕਹਿਣ ਲੱਗੇ ਭਾਈ ਆਦਮ ਤੂੰ ਸੰਗਤ ਦੀ ਸੇਵਾ ਕੀਤੀ ਏ, ਜਿਹਦੇ ਉੱਤੇ ਸੰਗਤ ਪ੍ਰਸੰਨ ਉਹਦੇ ਉੱਤੇ ਗੁਰੂ ਨਾਨਕ ਜੀ ਪ੍ਰਸੰਨ ਨੇ। ਅੱਜ ਗੁਰੂ ਨਾਨਕ ਜੀ ਦਾ ਘਰ ਤੇਰੇ ਉੱਤੇ ਤਰੁੱਠਿਆ, ਕੁਝ ਮੰਗ। ਕਹਿੰਦਾ ਮਹਾਰਾਜ ਉਮਰ ਵਡੇਰੀ ਹੋ ਚੁੱਕੀ ਸੀ, ਬਹੁਤ ਵਡੇਰੀ। ਮਹਾਰਾਜ ਕਿਰਪਾ ਕਰੋ ਜੇ ਮੇਰੀ ਥਾਂ ਮੇਰੀ ਘਰ ਦੀ ਮੰਗੇ। ਅਗਲੇ ਦਿਨ ਆਪਣੀ ਘਰ ਵਾਲੀ ਨੂੰ ਲਿਆਇਆ ਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਦੀ ਘਰ ਵਾਲੀ ਨੇ ਬੇਨਤੀ ਕੀਤੀ। ਮਹਾਰਾਜ ਬੜਾ ਸਮਾਂ ਬੀਤ ਗਿਆ, ਘਰ ਵਿੱਚ ਬੂਟਾ ਨਹੀਂ ਲੱਗਿਆ, ਔਲਾਦ ਨਹੀਂ ਹੋਈ। ਤੇ ਉਸ ਵੇਲੇ ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਨੂੰ ਸੁਣ ਕੇ, ਜਦੋਂ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਬੜਾ ਸਮਾਂ ਹੋ ਗਿਆ, ਘਰ ਵਿੱਚ ਬੂਟਾ ਨਹੀਂ ਲੱਗਾ, ਔਲਾਦ ਨਹੀਂ ਹੋਈ, ਕਿਰਪਾ ਕਰੋ ਔਲਾਦ ਦਾ ਸੁੱਖ ਸਾਡੇ ਗਰੀਬਾਂ ਨੂੰ ਮਿਲੇ। ਤੇ ਉਸ ਵੇਲੇ ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਨਾਂ ਦੀ ਬੇਨਤੀ ਨੂੰ ਸੁਣ ਕੇ 2 ਮਿੰਟ ਲਈ ਅੰਤਰ ਧਿਆਨ ਹੋਏ। ਜਦੋਂ 2-3 ਮਿੰਟਾਂ ਬਾਅਦ ਨੇਤਰ ਖੋਲੇ ਤੇ ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ। ਕਹਿੰਦੇ ਭਾਈ ਆਦਮ ਤੇਰੇ ਕਰਮਾਂ ਵਿੱਚ 7 ਜਨਮਾਂ ਤੱਕ ਪੁੱਤ ਦਾ ਸੁੱਖ ਨਹੀਂ ਲਿਖਿਆ ਕੋਈ, ਪਰ ਤੂੰ ਸੰਗਤ ਦੀ ਸੇਵਾ ਕੀਤੀ ਏ, ਸੰਗਤ ਦੀ ਪ੍ਰਸੰਨਤਾ ਲਈ ਏ। ਜਿਨੇ ਸੰਗਤ ਨੂੰ ਖੁਸ਼ ਕੀਤਾ ਗੁਰੂ ਨਾਨਕ ਉਹਦੇ ਉੱਤੇ ਪ੍ਰਸੰਨ ਏ। ਬੇਸ਼ੱਕ ਤੇਰੇ ਕਰਮਾਂ ਵਿੱਚ ਪੁੱਤਰ ਦਾ ਸੁੱਖ ਨਹੀਂ ਲਿਖਿਆ, ਪਰ ਅਸੀਂ ਬਚਨ ਕਰਦੇ ਆਂ ਸਾਡੇ ਘਰ 4 ਪੁੱਤਰਾਂ ਨੇ ਜਨਮ ਲੈਣਾ ਸੀ, 3 ਜਨਮ ਲੈ ਚੁੱਕੇ ਨੇ, ਅਜੇ ਚੌਥੇ ਨੇ ਜਨਮ ਨਹੀਂ